मन बोरा रे, मन बोरा रे, मन बोरा रे। नाचियो कर कर पार, नाचियो कर कर पार, दिखे बाच हरे राज, दिखे बाच हरे राज, समझ मन बोरा रे, समझ मन बोरा रे, समझ मन बोरा रे, समझ मन बोरा रे। निरपय होए न हर पजै, निरपय होए न हर पजै, मन बोरा रे, मन बोरा रे, मन बोरा रे, मन बोरा रे। लीन कहे ओ ना राम जहाज, कहे ओ ना राम जहाज, दिखे बाच हर राज, दिखे बाच हर राज, समझ मन बोरा रे, समझ मन बोरा रे, समझ मन बोरा रे, समझ मन बोरा रे। दिखे बाच हर राज, समझ मन बोरा रे, समझ मन बोरा रे। दूसरा उदाहरण कबीर साहब दे रहे ने एक बंदर दा। मरकट कहते हैं संगत जी बंदर नूं। मरकट मुष्टि, मुष्टि होंदी है मुट्ठी। हुण संगत जी बंदर नूं पकड़न वास्ते शिकारी की करदा है? बंदर नूं पकड़न वास्ते संगत जी सुराही दे बारे सब नूं पता होएगा। एक इहो जिहा टांचा है जो उपरों दी पतला है, थिन है, थल्लों दी काफ़ी वाइड है। ਉਹਨੂੰ ਕਹਿੰਦੇ ਨੇ ਸੁਰਾਈ। ਇਹੋ ਜਿਹਾ ਸਟਰਕਚਰ ਹੁੰਦਾ ਉਹਦਾ। ਉੱਪਰੋਂ ਦੀ ਕਾਫੀ ਪਤਲਾ ਹੁੰਦਾ ਹੈ, ਥੱਲੋਂ ਦੀ ਕਾਫੀ ਮੋਟਾ ਹੁੰਦਾ ਹੈ। ਤੇ ਸ਼ਿਕਾਰੀ ਬੰਦਰ ਨੂੰ ਪਕੜਨ ਵਾਸਤੇ ਕੀ ਕਰਦਾ ਹੈ? ਜਿਹੜੀ ਜਗ੍ਹਾ ਤੇ ਬੰਦਰ ਕਾਫੀ ਹੁੰਦੇ ਨੇ ਉਸ ਜਗ੍ਹਾ ਤੇ ਇੱਕ ਸੁਰਾਹੀ ਲੈ ਕੇ ਆਂਦਾ ਹੈ ਤੇ ਉਸ ਸੁਰਾਹੀ ਦੇ ਵਿੱਚ ਸੰਗਤ ਜੀ ਬੇਨਤੀ ਹੈਗੀ ਆ ਜਿਹੜੇ ਵੀ ਆਪਾਂ ਇੱਕ ਕਵਿਤਾ ਸਾਰਿਆਂ ਨੂੰ ਵੰਡੀ ਜਾ ਰਹੀ ਹੈ, ਇਹਨੂੰ ਪੜਿਓ ਨਾ। ਜਦੋਂ ਇਹ ਕਵਿਤਾ ਆਪਾਂ ਨੇ ਪੜ੍ਹਨੀ ਹੈ ਅੱਜ ਨਾਲ ਨਾਲ ਤਾਂ ਪੜਿਓ। ਇਹ ਬਸ ਇੱਕ ਵਾਰੀ ਡਿਸਟ੍ਰੀਬਿਊਟ ਕਰਵਾਈ ਜਾ ਰਹੀ ਹੈ, ਇਹਨੂੰ ਵੇਖਣ ਨਾ ਲੱਗ ਜਾ ਜੇ, ਧਿਆਨ ਇੱਥੇ ਹੀ ਰਵੇ। ਇਹਨੂੰ ਬਸ ਆਪਣੇ ਕੋਲ ਅਜੇ ਸਾਂਭ ਕੇ ਰੱਖੋ, ਇਹਦਾ ਇਸਤੇਮਾਲ ਉਹਨੇ ਜਲਦੀ ਹੋਏਗਾ। ਨਾਲ ਨਾਲ ਆਪਾਂ ਇਹ ਕਵਿਤਾ ਵੀ ਪੜਾਂਗੇ। ਭਾਈ ਵੀਰ ਸਿੰਘ ਜੀ ਦੀ ਇੱਥੇ ਕਵਿਤਾ ਹੈ, ਬਾ ਕਮਾਲ ਕਵਿਤਾ। ਬਾ ਕਮਾਲ, ਇੱਕ ਇੱਕ ਅੱਖਰ ਮਤਲਬ ਹੀਰੇ ਪਰੋ ਰੱਖੇ ਨੇ। ਆਪਾਂ ਇੱਥੇ ਵੀ ਆਵਾਂਗੇ। ਖੈਰ, ਬੰਦਰ ਨੂੰ ਪਕੜਨ ਵਾਸਤੇ ਸ਼ਿਕਾਰੀ ਕੀ ਕਰਦਾ ਹੈ? ਇੱਕ ਸੁਰਾਹੀ ਲੈ ਕੇ ਆਂਦਾ ਹੈ ਤੇ ਉਸ ਸੁਰਾਹੀ ਨੂੰ ਛੋਲਿਆਂ ਨਾਲ ਭਰ ਦਿੰਦਾ ਹੈ ਤੇ ਉਸ ਨੂੰ ਜ਼ਮੀਨ ਦੇ ਵਿੱਚ ਦੱਬ ਦਿੰਦਾ ਹੈ, ਉਸ ਇਲਾਕੇ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਕਾਫੀ ਸਾਰੇ ਬੰਦਰ ਹੋਣ। ਤੇ ਜਦੋਂ ਬੰਦਰ ਨੂੰ ਪਤਾ ਲੱਗਦਾ ਹੈ ਕਿ ਇੱਥੇ ਛੋਲੇ ਨੇ ਤੇ ਉਸ ਸੁਰਾਹੀ ਕੋਲ ਜਾਂਦਾ ਹੈ, ਜੋ ਕਿ ਸੁਰਾਹੀ ਜ਼ਮੀਨ ਦੇ ਵਿੱਚ ਦੱਬੀ ਪਈ ਹੈ, ਤੇ ਹੱਥ ਪਾਉਂਦਾ ਹੈ ਉਸ ਸੁਰਾਹੀ ਦੇ ਵਿੱਚ। ਧਿਆਨ ਰੱਖਿਆ ਜੀ, ਉਹ ਸੁਰਾਹੀ ਉੱਪਰੋਂ ਦੀ ਪਤਲੀ ਹੈ, ਥੱਲੋਂ ਦੀ ਮੋਟੀ ਹੈ। ਤੇ ਜਿਵੇਂ ਹੀ ਉਸ ਸੁਰਾਹੀ ਦੇ ਵਿੱਚ ਬੰਦਰ ਹੱਥ ਪਾਉਂਦਾ ਹੈ ਤੇ ਜਿਵੇਂ ਉਹ ਮੁੱਠੀ ਭਰ ਲੈਂਦਾ ਹੈ, ਮਰਕਟ ਮੁਸ਼ਟੀ ਮਤਲਬ ਮੁੱਠੀ, ਜਿਵੇਂ ਹੀ ਉਹ ਮੁੱਠੀ ਭਰ ਲੈਂਦਾ ਹੈ ਤੇ ਬਾਹਰ ਕੱਢਣ ਦਾ ਯਤਨ ਕਰਦਾ ਹੈ, ਉਹ ਬਾਹਰ ਹੱਥ ਨਿਕਲਦਾ ਨਹੀਂ।
क्योंकि उपरों दी सुराही पतली है, थल्लों दी तां मुट्ठी भरी गई लेकिन बाहर वो निकलती नहीं। ते इन्ने चिर च सोचता रहता है, क्योंकि ਉਹਦੇ ਵਿੱਚ ਵੀ ਇੱਕ ਅਵਗੁਣ ਹੈ, ਲਾਲਚੀ ਹੈ। ਉਹ ਮਨ ਕਰੇ ਯਾਰ ਛੱਡਾਂ ਜਾਂ ਨਾ ਛੱਡਾਂ, ਛੱਡਣ ਦਾ ਜਦੋਂ ਯਤਨ ਕਰਦਾ ਹੈ ਲਾਲਚਪੂਣਾ ਆ ਜਾਂਦਾ, ਨਹੀਂ ਯਾਰ ਇਹ ਛੋਲੇ ਪਏ ਨੇ, ਮੈਂ ਛੋਲੇ ਖਾਵਾਂਗਾ, ਇੰਨੇ ਸਵਾਦਿਸ਼ਟ ਛੋਲੇ ਹੈਗੇ। ਪਰ ਜਿਵੇਂ ਹੀ ਅੰਦਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਹੱਥ ਬਾਹਰ ਆਂਦਾ ਨਹੀਂ, ਕਿਉਂਕਿ ਸੁਰਾਈ ਹੈ ਉੱਪਰੋਂ ਦੀ ਹੈਗੀ ਪਤਲੀ। ਤੇ ਇਹੀ ਦੁਬਦਾ ਦੇ ਵਿੱਚ ਰਹਿੰਦੇ ਸ਼ਿਕਾਰੀ ਆਂਦਾ, ਉਹਦੇ ਤੇ ਜਾਲ ਪਾ ਦਿੰਦਾ ਤੇ ਉਹਨੂੰ ਹਮੇਸ਼ਾ ਵਾਸਤੇ ਗੁਲਾਮ ਬਣਾ ਦਿੰਦਾ। ਕਬੀਰ ਸਾਹਿਬ ਇੱਕ ਵਾਰੀ ਫਿਰ ਤੋਂ ਪੁੱਛਦੇ ਨੇ, ਦ੍ਰਿਸ਼ਟਾਂਤ ਐਵੇਂ ਗੱਲਾਂ ਨਹੀਂ ਹੁੰਦੀਆਂ, ਫਿਰ ਕਹਿ ਰਿਹਾ। ਕਬੀਰ ਸਾਹਿਬ ਇੱਕ ਵਾਰੀ ਫਿਰ ਤੋਂ ਪੁੱਛਦੇ ਨੇ, ਓਏ ਬੰਦਰ ਤੇਰੇ ਨਾਲ ਕੀ ਬਣੀ? ਉਹ ਭਰਾਵਾ ਤੂੰ ਇੱਕ, ਅਗਰ ਤੇਰੇ ਕੋਲ ਵੀ ਕੋਈ ਆਂਦਾ ਸੀ, ਤੂੰ ਇੱਕ ਪੇੜ ਛੱਡ ਕੇ ਦੂਸਰੇ ਪੇੜ ਤੇ ਛਾਲ ਮਾਰ ਜਾਂਦਾ ਸੀ, ਕੋਠੇ ਟੱਪ ਜਾਂਦਾ ਸੀ, ਤੇਰੇ ਨਾਲ ਬਣੀ ਕੀ? ਅੱਜ ਤੈਨੂੰ ਸ਼ਿਕਾਰੀ ਨੇ ਫੜ ਕਿਵੇਂ ਲਿੱਤਾ? ਕਹਿੰਦਾ ਰਫਤਾਰ ਅਜੇ ਵੀ ਮੇਰੇ ਵਿੱਚ ਹੋਈ ਹੈ, फुर्ती अजे भी मेरे विच होई है, पर कबीर साहब की करा, एक अवगुण मेरे विच आ गया सी। वो केड़ा अवगुण? मेरे अंदर लालच पूना आ गया सी। उस लालच पूने करके अज मैनू मदारी गल दे विच पाती है, उन्हें मैनू संगल ते करो करी जाके खेडा विखाई जाता है, उन्हें अपने इनकम का साधन बना लिया ते मैनू नच नच के सबनू दिखाना पैंदा है कि ये पंक्तियां बंदर नू समझाने वास्ते है, किसी जानवर नू समझाने वास्ते है? ओ नहीं गुरु क्या सिखा, ये तेनू समझाने वास्ते है। गुरबाणी आ जेड़ा बंदा हैगा, जेड़ा बंदा चमड़ी करके तो बंदा दिसदा है, लेकिन आ सुरत करके पता नहीं केड़िया केड़िया जूना भोगदा पिया है, ये तेरी सुरत नू समझाने वास्ते है। ओए सिखा मता किथे तू भी लालच पुणे विच पै जाए, जे अगर तू भी लालच पुणे विच पै गया, तेरी मत सुरत ते लालच हावी हो गया, तू भी उस बंदर वांगू हमेशा वास्ते गुलाम बन के रह जाएगा। अज असीं वेखदे हां इन्नियां इन्नियां जमीनां ने, इन्नी इन्नी प्रॉपर्टी हैगी है, लेकिन अज भी वो तिहाड़ जेल दे विच बंद बैठे ने, क्योंकि सिर्फ लालच करके, पैसिਆਂ करके। इन्ने पैसे ऑलरेडी हैगे तुहाडे कोल, लेकिन मैं होर कमाने हमेशा वास्ते जेलों दे विच सड़दे पए ने। सो इस उदाहरण दे विच गुरु साहब कबीर साहब सानू समझा रहे ने कि सिखा अपनी मत सुरत ते लालच नू हावी ना होने देई, नहीं तां तू भी हमेशा वास्ते गुलाम बन के रह जाएगा। पहला उदाहरण काम वासना दा, दूसरा उदाहरण बंदर दा, लालच पुणे दा। अपने अंदर छाती मार के देखनी है कि मैं भी तो लालची नहीं, जे अगर मैं लालची हाँ, अज असीं ये बेदावा फाड़ के जाना है जांदी वारी। सो आओ हुण आपां तीसरे उदाहरण वाले पासे जाने हाँ। पहले उन्होंने संगती रूप विच गायन करांगे, फिर उहदे अर्थ समझण दा यतन करांगे जी। जो नलनी सूटा गयो, जो नलनी सूटा गयो, मन बोरा रे, मन बोरा रे। संगत जी कमाल दियां बातां हो रही ने, कमाल दियां बातां, ध्यान दियो। मन बोरा रे, मन बोरा रे, माया ए व्यवहार, माया ए व्यवहार, जैसा रंग कुसुम का, जैसा रंग कुसुम का, मन बोरा रे,
रंग, जैसा रंग कुसुम का मन बोरा रे, मन बोरा रे, मन बोरा रे, मन बोरा रे। त्यों पसरे ओ पसार, त्यों पसरे ओ पसार, बिखे बाच हर राच, बिखे बाच हर राच, समझ मन बोरा रे, समझ मन बोरा रे, समझ मन बोरा रे, समझ मन बोरा रे। नावन को तीरथ करने, नावन को तीरथ करने मन बोरा रे, मन बोरा रे, मन बोरा रे, मन बोरा रे। पूजन को बहुदेव, पूजन को बहुदेव, कहो कबीर छूटन नहीं, कहो कबीर छूटन नहीं, मन बोरा रे, मन बोरा रे, मन बोरा रे, मन बोरा रे। छूटन हार की सेव, छूटन हार की सेव, कहो कबीर छूटन नहीं, कहो कबीर छूटन नहीं, मन बोरा रे, मन बोरा रे, मन बोरा रे, मन बोरा रे। छूटन हार की सेव, छूटन हार की सेव, बिखे बाच हर राच, हर राच, समझ मन बोरा रे, समझ मन बोरा रे, समझ मन बोरा रे, समझ मन बोरा रे। बिखे बाच हर राच, बिखे बाच हर राच, समझ मन बोरा रे, समझ मन बोरा रे। ਸੰਗਤ ਜੀ ਗੁਰਦੁਆਰਾ ਸਿੱਖੀ ਦਾ ਸਕੂਲ ਹੈ। ਅਸੀਂ ਕਹਿ ਦਿੰਦੇ ਹਾਂ ਨਾ ਗੁਰੂ ਘਰ ਚੱਲੇ ਆ ਨਾ, ਗੁਰੂ ਕਰਨਾ ਕਿਆ ਕਰੋ। ਇਹ ਵੀ ਇੱਕ ਵਿਚਾਰ ਕਾਫੀ ਲੰਬੀ ਜਾਏਗੀ, ਲੇਕਿਨ ਸਿਰਫ ਬਰੀਫਲੀ ਦੱਸਦਾ ਪਿਆ ਟੂਕ ਮਾਤਰ। ਗੁਰਦੁਆਰਾ ਕਿਆ ਕਰੋ, ਗੁਰੂ ਦੁਆਰ, ਗੁਰੂ ਦੇ ਰਾਹੀਂ ਦੁਆਰ ਟੱਪਣ ਵਾਸਤੇ ਹੁੰਦਾ ਹੈ। ਗੁਰੂ ਘਰ ਜਿੱਥੇ ਗੁਰੂ ਵਸਦਾ ਹੈ, ਗੁਰੂ ਤਾਂ ਤੁਹਾਡੇ ਅੰਦਰ ਵੀ ਵਸਦਾ, ਮੇਰੇ ਅੰਦਰ ਵੀ ਵਸਦਾ। ਗੁਰੂ ਘਰ ਤਾਂ ਇਹ ਹੈ, ਗੁਰੂ ਘਰ ਤਾਂ ਇਹ ਸਮੁੱਚੀ, ਹਾਂ ਇਸ ਇੱਥੇ ਵੀ ਵਸਦਾ, ਸਿਰਫ ਇੱਥੇ ਹੀ ਨਹੀਂ ਵਸਦਾ। ਇਹ ਕਹਿਣਾ ਚਾਹ ਰਿਹਾ, ਇੱਥੇ ਵੀ ਵਸਦਾ, ਸਿਰਫ ਇੱਥੇ ਹੀ ਨਹੀਂ ਵਸਦਾ।
ਅਗਰ ਅਸੀਂ ਇਦਾਂ ਕਰਾਂਗੇ ਤੇ ਫਿਰ ਉਹ ਸਾਨੂੰ ਉਹ ਸਾਖੀ ਜੋ ਮੱਕੇ ਹੋਈ ਸੀ ਉੱਥੇ ਜਾਣਾ ਪਏਗਾ ਤੇ ਗੜਬੜੀ ਹੋ ਜਾਏਗੀ। ਗੁਰੂ ਇੱਥੇ ਵੀ ਵਸਦਾ ਹੈ, ਲੇਕਿਨ ਇੱਥੇ ਹੀ ਨਹੀਂ ਵਸਦਾ, ਸਿਰਫ ਇੱਥੇ ਹੀ ਨਹੀਂ ਵਸਦਾ, ਤੁਹਾਡੇ ਵਿੱਚ ਵੀ ਹੈ, ਸਮੁੱਚੀ ਕੁਦਰਤ ਵਿੱਚ ਵਸਦਾ ਹੈ, ਸਾਰੀ ਕੁਦਰਤ ਹੀ ਉਹਨੇ ਬਣਾਈ ਹੈ। ਸੋ ਗੁਰਦੁਆਰਾ, ਇਹਨੂੰ ਗੁਰਦੁਆਰਾ ਕਿਆ ਕਰੋ, ਕਿਉਂ ਕਿਆ ਕਰੋ? ਪ੍ਰਮਾਣ ਬਹੁਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਲੇਕਿਨ ਉੱਥੇ ਅੱਜ ਆਪਾਂ ਨਹੀਂ ਜਾਣਾ ਕਿਉਂਕਿ ਆਲਰੇਡੀ 11 ਵੱਜ ਚੁੱਕੇ ਨੇ। ਤੁਸੀਂ ਸਾਰੀ ਸੰਗਤ ਲੇਟ ਆਏ ਹੋ ਹੁਣ, ਕਿਉਂਕਿ ਗੁਰਦੁਆਰਾ ਇਕੁਅਲ ਟੂ ਸਿੱਖੀ ਦਾ ਸਕੂਲ। ਹੁਣ ਦੋ ਪੰਕਤੀਆਂ ਦੇ ਅਰਥ ਤਾਂ ਮੈਂ ਕਰ ਦਿੱਤੇ, ਦੋ ਉਦਾਹਰਨ ਤਾਂ ਹੋ ਗਏ, ਹਾਥੀ ਦਾ ਦੇ ਦਿੱਤਾ, ਬੰਦਰ ਦਾ ਦੇ ਦਿੱਤਾ। ਹੁਣ ਤੀਸਰੀ ਜਿਹੜੀ ਪੰਕਤੀ ਹੈ, ਤੀਸਰੀ ਪੰਕਤੀ ਦੇ ਵਿੱਚ ਉਦਾਹਰਨ ਹੈਗਾ ਤੋਤੇ ਦਾ, ਕਿਉਂਕਿ ਗੁਰਦੁਆਰਾ ਸਿੱਖੀ ਦਾ ਸਕੂਲ ਹੈ। ਸਿੱਖੀ ਦੇ ਸਕੂਲ ਦੇ ਵਿੱਚੋਂ ਸਕੂਲ ਹੈ, ਕਲਾਸ ਵਰਕ ਹੋ ਗਿਆ ਤੇ ਹੋਮਵਰਕ ਵੀ ਹੋਣਾ ਚਾਹੀਦਾ ਨਾ। ਤੇ ਆ ਤੀਸਰੀ ਪੰਕਤੀ, ਕਿਉਂਕਿ ਸਮਾਂ ਬਹੁਤ ਹੋ ਗਿਆ, ਆ ਜਿਹੜੀ ਤੀਸਰੀ ਪੰਕਤੀ ਇਹ ਤੁਸੀਂ ਖੁਦ ਵਿਚਾਰਨੀ ਹੈ ਕਰੇ ਜਾ ਕੇ, ਭਈ ਆ ਤੋਤਾ ਕਿਵੇਂ ਫਸਦਾ। ਹੁਣ ਇਹਦੇ ਅਰਥ ਮੈਂ ਨਹੀਂ ਕਰੂੰਗਾ, ਤੁਹਾਡੇ ਵਾਸਤੇ ਹੋਮਵਰਕ ਹੈ। ਜਿਨ੍ਹਾਂ ਦੀ ਦਿਲਚਸਪੀ ਹੋਏਗੀ, ਜਿਨ੍ਹਾਂ ਨੇ ਵਿਚਾਰ ਧਿਆਨ ਨਾਲ ਸੁਣੀ ਹੋਏਗੀ, ਦੇਖੋ ਮੇਰਾ ਤਾਂ ਕੁਝ ਨਹੀਂ ਹੈ, ਵਿਚਾਰ ਬਾਬੇ ਨਾਨਕ ਦੇ ਨੇ, ਮੈਂ ਤੁਹਾਨੂੰ ਸੁਣਾ ਰਿਹਾ। ਜੇ ਤੁਸੀਂ ਮੰਨ ਲਓਗੇ, ਜ਼ਿੰਦਗੀ ਚੜ੍ਹਦੀ ਕਲਾ ਵਾਲੇ ਪਾਸੇ ਤੁਰ ਪਏਗੀ, ਟੈਨਸ਼ਨ ਫਰੀ ਹੋ ਕੇ, ਨਿਸ਼ਚਿੰਤ ਹੋ ਕੇ ਆਪਣਾ ਜੀਵਨ ਬਤੀਤ ਕਰੋਗੇ। ਜੇ ਨਹੀਂ ਮੰਨੋਗੇ, ਉਹ ਵੀ ਤੁਹਾਡੀ ਮਰਜ਼ੀ, ਮੈਂ ਤਾਂ ਸੁਣਾ ਕੇ ਚਲਾ ਜਾਣਾ। ਮੇਰੇ ਤਾਂ ਪਿਛਲੇ 5-6 ਦਿਨਾਂ ਤੋਂ ਕਾਫੀ ਦਿਨਾਂ ਦੇ ਵਿਚਾਰ ਆ ਰਹੇ ਸੀ, ਮੈਂ ਤਾਂ 1 ਮਹੀਨੇ ਬਾਅਦ ਤੁਰ ਜਾਣਾ, ਦੂਜੇ ਪਾਸੇ ਚਲੇ ਜਾਣਾ। ਤੇ ਇਹ ਤੁਹਾਡੇ ਤੇ ਹੈ, ਇਹ ਤੁਹਾਡੇ ਤੇ ਹੈ ਕਿ ਤੁਸੀਂ ਵਿਚਾਰ ਨੂੰ ਅਪਣਾਣਾ ਹੈ। ਅਗਰ ਜਿਨ੍ਹਾਂ ਨੇ ਸਹੀ ਤਰੀਕੇ ਨਾਲ ਵਿਚਾਰ ਸੁਣੀ, ਉਹ ਜਾ ਕੇ 336 ਅੰਕ ਤੇ ਵਿਰਾਜਮਾਨ ਇਹ ਸ਼ਬਦ ਤੀਸਰੀ ਪੰਕਤੀ ਦੇ ਅਰਥ ਜ਼ਰੂਰ ਕਰੇਗਾ। ਜਿਨ੍ਹਾਂ ਨਹੀਂ ਕਰਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ, ਜਿਨ੍ਹਾਂ ਨੇ ਕਰਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ। ਤੁਹਾਡਾ ਫਾਇਦਾ ਹੈ, ਨਾ ਮੇਰਾ ਫਾਇਦਾ ਹੋਣਾ, ਨਾ ਮੇਰਾ ਨੁਕਸਾਨ, ਤੁਹਾਡੇ ਤੇ ਹੈ। ਖੈਰ, ਹੁਣ ਆ ਜਿਹੜੀ ਤੀਸਰੀ ਪੰਕਤੀ, ਇਹਦੇ ਅਰਥ ਤੁਸੀਂ ਹੁਣ ਘਰ ਜਾ ਕੇ ਖੁਦ ਕਰਨੇ ਨੇ, ਇਹ ਤੁਹਾਡੇ ਵਾਸਤੇ ਹੋ ਗਿਆ ਜੀ ਹੋਮਵਰਕ। ਹੁਣ ਇੱਕ ਛੋਟੀ ਜੀ ਗੱਲ ਹੋਰ, ਪਿੱਛੇ ਜੇ 3-4 ਦਿਨ ਪਹਿਲੇ ਮੇਰੇ ਤੋਂ ਇੱਕ ਵੀਰ ਪੁੱਛਦਾ ਕਿ ਵੀਰ ਜੀ ਮੈਨੂੰ ਇਹ ਦੱਸੋ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ? ਮਰਨ ਤੋਂ ਬਾਅਦ ਇਹਦੇ ਨਾਲ ਹੀ ਲਿੰਕ ਹੋਏਗਾ। ਆ ਜਿਹੜਾ ਸ਼ਬਦ ਆਪਾਂ ਵਿਚਾਰ ਕੀਤੇ ਹੈ ਨਾ, ਹਾਥੀ ਦੀ ਗੱਲ ਕੀਤੀ ਹੈ, ਬੰਦਰ ਦੀ, ਤੇ ਤੀਸਰਾ ਜਿਹੜਾ ਤੁਹਾਡਾ ਹੋਮਵਰਕ ਹੈ, ਕਰੇ ਜਾ ਕੇ ਤੁਸੀਂ ਪੜੋਗੇ, ਉਮੀਦ ਕਰਦਾ ਤੁਸੀਂ ਪੜੋਗੇ, ਤੋਤੇ ਦਾ ਉਦਾਹਰਨ, ਤੇ ਇਹਦੇ ਨਾਲ ਲਿੰਕ ਕਰਨ ਜਾ ਰਿਹਾ ਮੈਂ। ਇਸੇ ਕਰਕੇ ਜਿਹੜੀ ਪਿੱਛੇ ਜੇ 3-4 ਦਿਨ ਪਹਿਲੇ ਮੇਰੀ ਇੱਕ ਵੀਰ ਨਾਲ ਗੱਲ ਹੋਈ, ਕਹਿੰਦੇ ਵੀਰ ਜੀ ਇੱਕ ਗੱਲ ਦੱਸੋ, ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ? ਗੁਰਬਾਣੀ ਵਿੱਚ 84 ਲੱਖ ਜੁਨਾਂ ਦੀਆਂ ਗੱਲਾਂ ਹੁੰਦੀਆਂ ਨੇ, ਇਹ ਕੀ ਹੈਗੀਆਂ ਨੇ? ਮੈਂ ਕਿਹਾ ਯਾਰ ਮੇਰੇ ਤੋਂ ਕਿਉਂ ਪੁੱਛਦਾ, ਮੈਂ ਤੈਨੂੰ ਸਿੱਧਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੰਕਤੀ ਦੱਸ ਦੇਣਾ, ਤੂੰ ਖੁਦ ਜਾ ਕੇ ਪੜ੍ਹ ਲਈ, ਅਰਥ ਕਰ ਲਈ। ਇਹੀ ਸਵਾਲ ਜੋ ਵੀਰ ਨੇ ਮੇਰੇ ਤੋਂ ਪੁੱਛਿਆ, ਇਹੀ ਸਵਾਲ ਇੱਕ ਸਿੱਖ ਨੇ ਬਾਬੇ ਨਾਨਕ ਤੋਂ ਵੀ ਪੁੱਛਿਆ ਸੀ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ। ਮੈਂ ਇਹਦੇ ਨਾਲ ਫਿਰ ਤੋਂ ਲਿੰਕ ਕਰਾਂਗਾ ਜੋ ਵਿਚਾਰ ਕੀ ਚਲਦੀ ਪਈ ਹੈ। ਬਾਬੇ ਨਾਨਕ ਤੋਂ ਇੱਕ ਸਿੱਖ ਨੇ ਪੁੱਛਿਆ ਕਿ ਬਾਬਾ ਨਾਨਕ ਜੀ ਸਾਨੂੰ ਦੱਸੋ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ? ਬਾਬਾ ਨਾਨਕ ਜੀ ਜਵਾਬ ਦਿੰਦੇ ਨੇ, ਇੱਕ ਦੱਜੈ, ਇੱਕ ਦੱਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸੱਟੀਐ, ਇੱਕ ਪੀ ਫਿਰ ਹੱਸਣ ਆਏ। ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਏ। ਇੱਕ ਦੱਜਾ ਹੈ, ਦੱਜੇ ਤੋਂ ਭਾਵ ਜਲਾ ਦਿੱਤਾ ਜਾਂਦਾ। ਜਦੋਂ ਬੰਦਾ ਮਰਦਾ ਹੈ, ਕਹਿੰਦੇ ਇੱਕ ਦੀ ਲਾਸ਼ ਨੂੰ ਜਲਾ ਦਿੱਤਾ ਜਾਂਦਾ ਹੈ, ਇੱਕ ਦੱਬੀਆ, ਇੱਕ ਨੂੰ ਦਫਨਾ ਦਿੱਤਾ ਜਾਂਦਾ ਹੈ, ਇੱਕ ਨਾ ਕੁੱਤੇ ਖਾਏ। ਜਿਹਦਾ ਸੰਸਕਾਰ ਨਹੀਂ ਹੁੰਦਾ, ਜਿਹਦੀ ਲਾਸ਼ ਦਾ, ਉਹਦੀ ਲਾਸ਼ ਨੂੰ ਕੁੱਤੇ ਖਾਂਦੇ ਨੇ। ਕੁੱਤੇ ਦਾ ਮਤਲਬ ਸਿਰਫ ਕੁੱਤਾ ਨਹੀਂ ਹੈ, ਕੋਈ ਵੀ ਜਾਨਵਰ ਜੋ ਮਾਸਾਹਾਰੀ ਹੈ ਉਹ ਖਾ ਸਕਦਾ। ਜਿਹਦਾ ਸੰਸਕਾਰ ਨਹੀਂ ਹੋਇਆ, ਇੱਕ ਨੂੰ ਜਲਾ ਦਿੱਤਾ ਜਾਂਦਾ ਹੈ, ਇੱਕ ਨੂੰ ਦਫਨਾ ਦਿੱਤਾ ਜਾਂਦਾ ਹੈ। ਇੱਕ ਦਾ ਮਾਸ ਕੁੱਤੇ ਜਾਂ ਜਾਨਵਰ ਮਾਸਾਹਾਰੀ ਜਿਨ੍ਹਾਂ ਦਾ ਸੰਸਕਾਰ ਨਹੀਂ ਹੁੰਦਾ ਉਹ ਖਾਂਦੇ ਨੇ। ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਆ ਪਿੱਛੇ ਜੇ ਕਰੋਨਾ ਹੋਇਆ ਸੀ ਯੂਪੀ ਦੇ ਵਿੱਚ, ਵੇਖਿਆ ਕਿੰਨੀਆਂ ਲਾਸ਼ਾਂ ਗੰਗਾ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਪੀ ਫਿਰ ਹੱਸਣ ਆਏ। ਪਾਰਸੀ ਲੋਕ ਸੰਗਤ ਜੀ ਕੀ ਕਰਦੇ ਆ, ਇੱਕ ਖੱਡਾ ਖੋਦਦੇ ਆ, ਜਿਹਨੂੰ ਇੰਗਲਿਸ਼ ਵਿੱਚ ਅਸੀਂ ਡਿੱਗ ਕਹਿੰਦੇ ਆ। ਇੱਕ ਖੱਡਾ ਖੋਦਦੇ ਆ ਤੇ ਉਹਦੇ ਵਿੱਚ ਲਾਸ਼ ਨੂੰ ਸੁੱਟ ਦਿੰਦੇ ਆ, ਤੇ ਇੱਲਾਂ ਉਹਦਾ ਮਾਸ ਨੋਚ ਕੇ ਖਾਂਦੀਆਂ ਨੇ। ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਪੀ ਫਿਰ ਹੱਸਣ ਆਏ।
ਹੱਸਣ ਤੋਂ ਭਾਵ ਪਾਰਸੀ ਲੋਕ ਜਿਵੇਂ ਆਪਣਾ ਸੰਸਕਾਰ ਕਰਦੇ ਆ। ਬਾਬਾ ਨਾਨਕ ਜੀ ਇਹ ਤਾਂ ਮੈਨੂੰ ਵੀ ਪਤਾ ਸੀ, ਮੈਨੂੰ ਇਹ ਦੱਸੋ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ? ਤੇ ਬਾਬਾ ਨਾਨਕ ਜੀ ਕਹਿੰਦੇ, ਨਾਨਕ ਏਵ ਨਾ ਜਾਪਈ ਕਿੱਥੈ ਜਾਏ ਸਮਾਏ। ਬਾਬਾ ਨਾਨਕ ਜੀ ਕਹਿੰਦੇ, ਸਿੱਖਾ ਇੱਥੋਂ ਵੱਧ ਕੇ ਤਾਂ ਮੈਨੂੰ ਵੀ ਨਹੀਂ ਪਤਾ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ। ਤੇ ਸੋਚ ਕੇ ਦੇਖੋ, ਸਾਨੂੰ ਕਿੰਨੀਆਂ, ਸਾਡਾ ਬਾਬਾ ਨਾਨਕ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਸੀਂ ਮੱਥਾ ਟੇਕਦੇ ਹਾਂ, ਉਹ ਕਹਿ ਰਹੇ ਨੇ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਮੈਨੂੰ ਪਤਾ ਹੀ ਨਹੀਂ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਇਹ ਵਿਚਾਰ ਕਰਾਂਗੇ ਕਿਸੇ ਦਿਨ, ਇਹਦੇ ਨਾਲ ਨਾ ਇੱਕ ਵਾਰੀ ਜੋੜਨਾ। ਜਿਹੜੇ ਗੁਰਬਾਣੀ ਦੀ ਸੂਝ-ਬੂਝ ਰੱਖਦੇ ਨੇ ਉਹਨਾਂ ਦਾ ਦਿਮਾਗ ਇਸ ਪੰਕਤੀ ਤੇ, ਇਸ ਸ਼ਬਦ ਤੇ ਜ਼ਰੂਰ ਜਾਂਦਾ ਹੋਏਗਾ। ਅੰਤ ਕਾਲ ਜੋ ਲక్ష్ਮੀ ਸਿਮਰੈ, ਅੰਤ ਕਾਲ ਦੀ ਗੱਲਾਂ ਤੇ ਇੱਥੇ ਨਾ ਜਾਣਾ। ਖੈਰ, ਬਾਬਾ ਨਾਨਕ ਜਿਹਨੂੰ ਅਸੀਂ ਮੱਥਾ ਟੇਕਦੇ ਹਾਂ, ਜਿਹਦੀ ਬਾਣੀ ਨੂੰ ਅਸੀਂ ਮੱਥਾ ਟੇਕਦੇ ਹਾਂ, ਉਹ ਕਹਿ ਰਹੇ ਨੇ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਮੈਨੂੰ ਨਹੀਂ ਪਤਾ, ਤੇ ਸਾਨੂੰ ਤਾਂ ਕਹਾਣੀਆਂ ਬਣਾ ਕੇ ਸੁਣਾਈਆਂ ਜਾ ਰਹੀਆਂ। ਜੇਕਰ ਤੂੰ ਇਹ ਕਰਦਾ ਹੋਇਆ ਮਰੇਗਾ ਤਾਂ ਤੂੰ ਇਸ ਜੂਨ ਵਿੱਚ ਪਾਏਗਾ, ਇਹ ਕਰਦਾ ਹੋਇਆ ਮਰੇਗਾ ਤਾਂ ਇਸ ਜੂਨ ਵਿੱਚ ਮਰੇਗਾ, ਜਾਏਗਾ ਅੱਗੇ। तो फिर ये की कंसैप्ट है? बाबा नानक जी कहते मरण तो बाद मैनू पता नहीं सिखा, लेकिन मैं अज की गल जरूर करदा, अज की गल मैं जरूर करदा। तू सोचदा है कि वो सामने मत्था टेकन वाला एक गुरमुख रूह है, मैं तो ओदी सुरत वेखदा, मैं तो सुरत वेखदा, ओदी सुरत तो काम नाल भरी हुई है। मैं ये नहीं कहता, ये तू कहना है गुरमुख रूह आके मत्था टेक रही है, मैं तो कहना वो देख हाथी आ गया, काम दे विच भरिया हाथी आ गया, ਉਹ ਦੇਖ ਮੱਥਾ ਟੇਕਣ ਆ ਰਿਹਾ ਹੈ, ਲਾਲਚੀ ਬੰਦਰ ਆ ਗਿਆ। मैं तो अज की गल करदा पिया, असी चमड़ी करके मनुखा दई विच होने हाँ, सुरत करके कदी असी बंदर दी जून भोग रहे होने हाँ, कदी असी हाथी दी ते कदी असी तोते दी, कदी असी कुत्ते दी। आ 84 लाख जूना वो मरण तो बाद किन्ने वेख्या? ओए सिखा अज दा तां सवार लै, अपनी मत सुरत दे अंदर चाती मार के देख केड़ी जून भोग रहा है। लालची है तां बंदर है तू, बाबा नानक तेनू बंदर कहंदा है। अगर कामी है तू हाथी है, लालची है, कुत्ता भी कहते ने, लब कुत्ता, कूड़ चूड़ा। ते सिखा अपने अंदर चाती मार के देख। सो ये सब बातां उन्हां वास्ते सी जिन्हां ने गुनाह दा तारनी भिखे बाच हर राज समझ मन बोरा रे। भिखे बाच जो भिख तो बचे नहीं, वो केड़ी जून भोग रहे हैं? हाथी दी, तोते दी। ये असी विचारिया। ਉਹਨੇ ਗੁਰੂ ਸਾਹਿਬ ਸਾਨੂੰ ਇਹ ਵੀ ਦੱਸ ਦਿਓ, ਫਿਰ ਗੁਨਾਹ ਦਾ ਤਾਰਨੀ ਅਸੀਂ ਕਿਵੇਂ ਹੋਈਏ? ਸਾਡੇ ਤੋਂ ਤਾਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਤੋਂ ਬਚਿਆ ਨਹੀਂ ਜਾ ਰਿਹਾ। ਹੁਣ ਸਾਨੂੰ ਕੋਈ ਤਰੀਕਾ ਵੀ ਦੱਸ ਦਿਓ ਗੁਰੂ ਸਾਹਿਬ। ਕਬੀਰ ਸਾਹਿਬ ਕਹਿੰਦੇ ਮੈਂ ਤੈਨੂੰ ਤਰੀਕਾ ਵੀ ਦੱਸਾਂਗਾ, ਲੇਕਿਨ ਉਸ ਤੋਂ ਪਹਿਲਾਂ ਤੈਨੂੰ ਮੈਂ ਇੱਕ ਗੱਲ ਤੋਂ ਹੋਰ ਜਾਣੂ ਕਰਵਾ ਦਵਾਂ ਕਿ ਜੋ ਪ੍ਰਚਲਿਤ ਤਰੀਕੇ ਦੱਸੇ ਜਾਂਦੇ ਨੇ, ਜੋ ਕਿ ਪ੍ਰਚਲਿਤ ਤਰੀਕੇ ਸਾਡੀ ਸੋਸਾਇਟੀ ਦੇ ਵਿੱਚ सानू दसे जाते ने। की किया जाता है? अच्छा जी तू पाप कमा ले, जाके किसी सरोवर ते जाके इशनान कर रहा, तीर्था ते जाके इशनान कर रहा, किसी नदी दे विच जाके इशनान कर रहा। ये मैं नहीं कह रहा, नावन को तीरथ कने, नान वास्ते, इशनान करन वास्ते लोकी तेनू कहणगे अगर तेरी मत तू पापी बन गया है तो तेरे तो कोई गलत काम हो गए ने, जाके तीर्था ते जाके असी करते हैं ना संगत जी, इदा 68 तीर्था ते जाके ਜਾਂ ਅਸੀਂ ਹਰਮੰਦਰ ਸਾਹਿਬ ਵਿੱਚ ਜਾ ਕੇ ਇਸ਼ਨਾਨ ਕਰਨਾ ਨਾ ਕਰਨਾ ਗੱਲ ਵੱਖਰੀ ਹੈ। ਦਿਮਾਗ ਦੇ ਵਿੱਚ ਇਹ ਸੋਚ ਕੇ ਜਾਣਾ ਕਿ ਮੇਰੇ ਕੀਤੇ ਹੋਏ ਪਾਪ ਦੁਵੀਚ ਜਾਣਗੇ, ਇਹ ਨਹੀਂ। ਪਰ ਇਹ ਮਤ ਪਾਪਾ ਕੈ ਸੰਗ ਉਹ ਤੋਪੈ ਨਾਵੇਂ ਕੈ ਰੰਗ। ਨਾਨਾ ਇਸ਼ਨਾਨ ਕਰਨਾ ਮੁਬਾਰਕ ਹੈ, लेकिन मत ਦੇ ਵਿੱਚ ਇਹ ਸੋਚ ਕੇ ਜਾਣਾ कि इशनान करके शरीर साफ हो सकता है, पर यह मत पापा कै संग ओ तो पै नावे कै रंग। ओ तो नाम नाल जुड़ के ही पाप दवीचने ने। कबीर साहब कहने नावन को तीरथ गणे, तेनू दसणगे लोकी जाके तीर्था ते जाके इशनान कर लै। पूजन को वो देव, तेनू कहणगे देवतियां नू पूज लै। सानू कहंदे ने बाबियां कोल चला जा, जगह जगह ते जाके दीवे बालिया। पूजन को वो देव, तेनू जगह जगह दी पूजा ते लगा देणगे। ये प्रचलित तरीके ने। असी साडे संगत जिहड़ी बैठी है, साडे विचों कई जांदे भी होणगे। मत्था गुरु ग्रंथ साहब जी दे भी अगे टेकदे आ, फिर भी भुलेखे दे विच असी चले जांदे हां, क्योंकि सानू दस्सिया नहीं गया।
ਸਾਡੀ ਗਲਤੀ ਨਹੀਂ ਹੈ, ਸਾਨੂੰ ਦੱਸਿਆ ਨਹੀਂ ਗਿਆ, ਸਾਨੂੰ ਪੜਾਇਆ ਹੀ ਹੈ ਗਿਆ। ਲੇਕਿਨ ਕਬੀਰ ਸਾਹਿਬ ਨੇ ਗੱਲ ਕਲੀਅਰ ਕਰਤੀ। ਫਿਰ ਮੈਂ ਕਹਿ ਰਿਹਾ ਸੰਗਤ ਜੀ, ਖੁਦ ਬਾ ਖੁਦ ਮੇਰੀ ਕਈ ਹੋਈਆਂ ਬਾਤਾਂ ਥੋੜੀਆਂ ਕੌੜੀਆਂ ਲੱਗ ਸਕਦੀਆਂ ਨੇ। ਇੰਜੈਕਸ਼ਨ ਹੁੰਦਾ ਨਾ ਸੰਗਤ ਜੀ, ਇੰਜੈਕਸ਼ਨ ਉਹ ਇੱਕ ਵਾਰੀ ਲੱਗਦਾ ਹੈ ਨਾ, ਜਦੋਂ ਦਰਦ ਬਹੁਤ ਹੁੰਦੀ ਹੈ ਲੇਕਿਨ ਅਸਰ ਬੜੀ ਜਲਦੀ ਹੁੰਦਾ ਹੈ। ਇਹ ਇੰਜੈਕਸ਼ਨ ਹੀ ਲਗਾ ਰਹੇ ਨੇ ਕਬੀਰ ਸਾਹਿਬ। ਤੇ ਦੂਜੀ ਗੱਲ, ਇਹ ਮੈਂ ਨਹੀਂ ਕਹਿ ਰਿਹਾ, ਮੈਂ ਤਾਂ ਸਿਰਫ ਅਰਥ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ। ਇੰਜੈਕਸ਼ਨ ਜਿੰਨੇ ਲਗਵਾਣਾ ਹੈ ਉਹ ਲਗਵਾ ਲਿਓ। ਜਿੰਨੇ ਮੈਨੂੰ ਬਾਅਦ ਵਿੱਚ ਜਾ ਕੇ ਕੁਝ ਕਹਿਣਾ ਕਿ ਯਾਰ ਤੂੰ ਮੇਰੇ ਬਾਬੇ ਬਾਰੇ ਜਾਂ ਇਦਾਂ ਕਹਿਤਾ ਉਦਾਂ, ਉਹ ਫਿਰ ਕਬੀਰ ਸਾਹਿਬ ਨਾਲ ਸਿੱਧੀ ਗੱਲ ਕਰਨਾ, ਕਿਉਂਕਿ ਇਹ ਪੰਕਤੀਆਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤੁਸੀਂ ਮੱਥਾ ਟੇਕਦੇ ਹੋ, ਉੱਥੇ ਵਿਰਾਜਮਾਨ ਨੇ। ਮੇਰੇ ਕੋਲ ਨਾ ਸਿੱਧਾ ਕਬੀਰ ਸਾਹਿਬ ਦੇ ਮੈਂ ਤਾਂ ਦੱਸ ਦੂੰਗਾ। ਆ ਲਓ ਜੀ, ਗੁਰਬਾਣੀ ਸਰਚਰ ਖੋਲੋ, 336 ਅੰਕ ਤੇ ਇਹ ਸ਼ਬਦ ਵਿਰਾਜਮਾਨ ਹੈ। ਮੈਂ ਤਾਂ ਦੱਸ ਰਿਹਾ, ਕੋਈ ਦੱਸਦਾ ਨਹੀਂ, ਦਿੱਕਤ ਇਹ ਹੈ। ਤੇ ਹੁਣ ਕਬੀਰ ਸਾਹਿਬ ਨੇ ਦੱਸਦੇ ਪ੍ਰਚਲਿਤ ਤਰੀਕੇ। ਨਾਵਨ ਕੋ ਤੀਰਥ ਗਨੇ ਮਨ ਬੋਰਾ ਰੇ, ਪੂਜਨ ਕੋ ਬਹੁ ਦੇਵ, ਕਹਿਤ कबीर छूटन नहीं, ये काम क्रोध लोभ मोह हंकार तो छूट नहीं सकेगा। तेरा मन चढ़ती कला वाला नहीं बन पाएगा, तू चिंता मुक्त होके जीवन व्यतीत नहीं कर पाएगा। कहे कबीर छूटन नहीं मन बोरा रे, छूटन हर की सेव, छूटन हर की सेव, छूटन हर की सेव, छूटन हर की सेव। अगर छुटना चाहना है ते हरि दी सेवा करनी पएगी। कोई शॉर्टकट ना पाल, धागे बन के दीवे बाल के बाबिया कोल जाके 40 दिन नंगे पैरी गुरुद्वारे, चालीसे कट के मसिया नहा के, ये शॉर्टकट ना पाल। छुटन हर की सेव, तेनू हरि दी सेवा करनी पएगी। गुर की बाणी गुरते जाती, हरि दी सेवा तो पाव। गुर की सेवा शब्द विचार, गुर की सेवा शब्द विचार, गुर की सेवा शब्द विचार, गुर की सेवा शब्द। गुरु दी सेवा करन तो पाव की है, गुरु दी सेवा करनी। सेवा तो पाव शब्द दी विचार करनी। गुर की सेवा शब्द विचार। ते शब्द विचार ये नहीं अर्थ समझ ले ना जी ना। अर्थ समझन तो बाद जो टीचिंग, जो सिक्ख्या सानू मिली है, उसनू अपने अमली जीवन विच तारण करना है। जे अगर तू कामी है छड्ड दे, जे अगर तू लालची है छड्ड दे, बेदावा फड़वा लै। सिक्ख्या मननी पएगी। ते जदों तू सिक्ख्या मनी, खुद ब खुद तेरी मत सुरत दे विच गुण आ जाणगे। ते जिस दिन गुण आ गए उस दिन सिक्खा सोची तू सिमरन किता है, उस दिन सोची सिक्खा तू भगती कीती है। विन गुण कीते भगत ना होए, विन गुण कीते भगत ना होए, विन गुण कीते भगत ना होए, विन गुण कीते भगत ना। बिना गुणा दे तारनी होया भक्ति कीती जा ही नहीं सकती। सो संगत जी, ये सी अज कबीर साहब जी ने जो सीधा जो इन्ना अवगुणा दे विच इन्ना अवगुणा नाल परे होए ने, सीधा मैं तां कहना जी, सीधा उन्हां ते चपेड़ा पईयां, सीधा। क्योंकि कई शब्द इहो जिहे हुंदे ने सीधा बातां करके ते छड्ड दीए, बेदावे फड़वा लीए। जे अगर साडे अंदर काम दा असीं बेदावा लिखिया होया है, फड़वा लीए। सो संगत जी, ये तां बात हुई थियोरिटिकल, गुरबाणी दे विचों असीं थ्योरी पढ़ी। हुण एक लास्ट बात जो आपां करन जा रहे हां, एक कविता राही, ये प्रैक्टिकली आज ये थ्योरी सी जो असीं समझिया कि थियोरिटिकली असीं टीचिंग्स नूं, सिੱਖਿਆ ਨੂੰ ਤਾਰਨ ਕਰਕੇ अपनी मत सुरत नूं गुणवान बना सकते हैं। ਇਹ ਅਸੀਂ ਪੜ੍ਹਿਆ ਕਬੀਰ ਸਾਹਿਬ ਤੋਂ। ਤੇ ਹੁਣ ਅਸੀਂ ਇਤਿਹਾਸ ਦੇ ਵਿੱਚੋਂ ਪ੍ਰੈਕਟੀਕਲੀ ਇੱਕ ਛੋਟੀ ਜੀ ਕਵਿਤਾ ਹੈ ਭਾਈ ਵੀਰ ਸਿੰਘ ਦੀ। ਹੁਣ ਸੰਗਤ ਜੀ, ਆਪਣੀ ਆ ਕਵਿਤਾ ਇਹ ਜਿਹੜਾ ਪਰਚਾ ਅਸੀਂ ਵੰਡਿਆ ਹੈ, ਇਹ ਹੁਣ ਤੁਸੀਂ ਓਪਨ ਕਰ ਸਕਦੇ ਹੋ। ਅਸੀਂ ਪੂਰੀ ਕਵਿਤਾ ਤਾਂ ਨਹੀਂ ਪੜਾਂਗੇ, ਇਹ ਤੁਸੀਂ ਜੀ तीसरे पेज पे आ जाओ। ऊपर लिखा 29 29 नंबर। कवि की कहता है,
ਇਹ ਹਜੇ ਤੱਕ ਅਸੀਂ ਥਿਓਰੀਟੀਕਲ ਸਮਝਿਆ, ਤੇ ਹੁਣ ਅਸੀਂ ਪ੍ਰੈਕਟੀਕਲੀ ਵੇਖਣਾ ਹੈ ਕਿ ਕਿਵੇਂ ਸਿੱਖ ਇਤਿਹਾਸ ਦੇ ਵਿੱਚ ਵਿਦਾਵੇ ਫੱਟੇ ਸੀ। ਹੁਣ ਸੰਗਤ ਜੀ, ਇਹ ਕਵਿਤਾ ਆਰੰਭ ਕਰਨ ਤੋਂ ਪਹਿਲਾਂ ਆਪਣੀ ਸੁਰਤ ਉਸ ਮੁਕਤਸਰ ਸਾਹਿਬ ਲੈ ਜਾਓ। ਉਹ 40 ਸਿੱਖ ਸ਼ਹੀਦ ਜਿਹੜੇ ਉਸ ਮੁਕਤਸਰ ਸਾਹਿਬ ਹੋਏ ਸੀ, ਤੇ ਕਿਉਂ ਜੀ ਸਿਚੁਏਸ਼ਨ ਹੈ, ਕਿਉਂ ਜਿਹਾ ਇਨਵਾਇਰਮੈਂਟ ਬਣਿਆ ਹੋਇਆ ਹੈ। ਉੱਥੇ ਕੁਝ ਸਿੱਖ ਸ਼ਹੀਦ ਹੋ ਚੁੱਕੇ ਨੇ, ਤੇ ਕੁਝ ਸਿੱਖ ਮਹਾ ਸਿੰਘ ਵਰਗੇ ਆਪਣੇ ਆਖਰੀ ਸਵਾਸ ਲੈ ਰਹੇ ਨੇ, ਆਖਰੀ ਸਵਾਸ। ਤੇ ਅੰਦਰ ਅੰਦਰ ਕੀ ਸੋਚ ਰਹੇ ਨੇ, ਕਾਸ਼ ਕਲਗੀਧਰ ਪਿਤਾ, ਕਾਸ਼ ਕਲਗੀਧਰ ਪਿਤਾ ਆਖਰੀ ਵਾਰੀ ਸਵਾਸ ਮੁੱਕਣ ਤੋਂ ਪਹਿਲਾਂ ਉਹਨਾਂ ਦੇ ਦਰਸ਼ਨ ਮੈਨੂੰ ਹੋ ਜਾਣ, ਤੇ ਮੈਂ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਘੇਰਾ ਪਿਆ ਹੋਇਆ ਸੀ, ਉਹਨਾਂ ਨੂੰ ਬੇਦਾਵਾ ਲਿਖ ਕੇ ਆ ਗਿਆ ਸੀ ਕਿ ਮੈਂ ਤੇਰਾ ਸਿੱਖ ਨਹੀਂ ਤੇ ਤੂੰ ਮੇਰਾ ਗੁਰੂ ਨਹੀਂ। ਕਾਸ਼ ਕਲਗੀਧਰ ਪਿਤਾ ਦੇ ਮੈਨੂੰ ਦਰਸ਼ਨ ਹੋ ਜਾਣ ਜਾਂਦੀ ਵਾਰੀ, ਤੇ ਮੈਂ ਆਪਣਾ ਬੇਦਾਵਾ ਫੜਵਾ ਲਵਾਂ। ਤੇ ਉੱਥੇ ਲੈ ਜਾਓ ਆਪਣੀ ਮਤ ਸੁਰਤ। ਕਿਆ ਬਾ ਕਮਾਲ ਹੀਰੇ ਪਰੋ ਰੱਖੇ ਨੇ ਭਾਈ ਵੀਰ ਸਿੰਘ ਜੀ ਨੇ। ਸੰਗਤ ਜੀ ਆਓ ਸਰਵਣ ਕਰੀਏ ਤੇ ਫਿਰ ਸਮਾਪਤੀ ਹੈ ਜੀ। ਇਸ ਸੋਚ ਦੇ ਵਿੱਚ ਸਿੱਖ ਸੀਗਾ ਪਿਆ।